ਇਹ ਕੁਛ ਕਹਿੰਦੇ ਤੇ ਨਹੀਂ ਹੈਗੇ? ਕੁਛ ਨਹੀਂ ਕਹਿਣਗੇ, ਜਿਵੇਂ ਮਰਜ਼ੀ ਇਹਨਾਂ ਨੂੰ ਫੜ ਸਕਦੇ। ਆ ਤੂੰ ਵੀ ਫੜ ਲੈ। ਮੈਂ ਨਹੀਂ ਪੜਨਾ। ਤੂੰ ਫੜ ਲੈ ਇਹਨੂੰ, ਕੁਛ ਨਹੀਂ ਕਹਿੰਦਾ ਤੈਨੂੰ। ਮੈਂ ਬਾਬਾ ਸੂਫੀ ਜੀ ਨਹੀਂ ਤੈਨੂੰ ਕੁਛ ਨਹੀਂ ਕਹਿੰਦਾ, ਉਹ ਫੜ ਲੈ ਯਾਰ, ਤੈਨੂੰ ਕੁਛ ਨਹੀਂ ਕਹਿੰਦਾ। ਅੱਛਾ ਤੇ ਤੂੰ ਤੇ ਰਫਾਏ ਆਮਾ ਹੈ ਤੇ ਤੂੰ ਹੁਣੇ ਡਰ ਗਿਆ? ਨਹੀਂ ਮੈਂ ਡਰਿਆ ਨਹੀਂ, ਮੈਂ ਵੈਸੇ ਜ਼ਰਾ ਕਰੈਂਦਾ। ਉਹ ਨਹੀਂ ਤੈਨੂੰ ਕਰੈਂਦ ਕਾਦੀ ਆਲਾ ਫੜ ਕੇ ਤੇ ਵੇਖ ਨਾ, ਕੁਛ नहीं कहता तेनू। नहीं यार। नाज़रीन, सांडे का तेल जोड़ों और पट्ठों के दर्द के लिए इंतहाई मुफीद है और सांडे का तेल जो है वो कहते हैं कि खालिस नहीं मिलता, मगर हमारे साथ एक नौजवान है जो एक अरसा दराज से यहाँ पर असली सांडे लाकर उनको यहाँ पर ज़िबा करता है सामने लोगों के और इनका तेल निकाल कर बेचता है। तो हम इससे पूछते हैं कि ये सांडे का तेल किस काम आता है और ये सांडे कहाँ से लेकर आता है। अच्छा जी, तुसी सानू ये दसो कि ये तुहाडा नाम की है? ਮੁਹੰਮਦ ਨਾਸਰ। ਮੁਹੰਮਦ ਨਾਸਰ ਸਾਹਿਬ, ਤੁਸੀਂ ਕਿੱਥੋਂ ਆਉਂਦੇ ਹੋ? ਫੈਸਲਾਬਾਦ ਤੋਂ। ਤੁਸੀਂ ਫੈਸਲਾਬਾਦ ਤੋਂ ਆਉਂਦੇ ਹੋ ਤੇ ਮਾਨਾਵਾਲੇ 'ਚ ਕਿੰਨੀ ਦੇਰ ਤੋਂ ਆ ਰਹੇ ਹੋ? ਤਕਰੀਬਨ 22 ਤੋਂ 23 ਸਾਲ ਤੋਂ। 22 ਤੋਂ 23 ਸਾਲ ਹੋ ਗਏ ਨੇ ਤੁਹਾਨੂੰ, ਅਸੀਂ ਵੀ ਕਾਫੀ ਦੇਰ ਤੋਂ ਦੇਖਨੇ ਆ। ਤੇ ਇਹ ਜਿਹੜੇ ਸਾਂਢੇ ਨੇ ਇਹ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਇਹ ਮਿਲਦਾ ਹੈਗਾ ਹਾਸਲਪੁਰ, ਡੇਰਾ ਸਮੈਲ ਖਾਨ, ਡੇਰਾ ਗਾਜੀ ਖਾਨ, ਜਿਹੜੇ ਆਬਾਦ ਬੇਆਬਾਦ ਕਲਰ ਨਹੀਂ ਹੁੰਦੇ ਬੀਆਬਾਨ, ਇਹ ਉਹਨਾਂ ਕਲਰਾਂ 'ਚ ਪਾਇਆ ਜਾਂਦਾ ਹੈਗਾ। ਅੱਛਾ, ਇਹ ਬੀਆਬਾਨ ਕਲਰਾਂ 'ਚ ਪਾਇਆ ਜਾਂਦਾ ਤੇ ਇਹ ਕੱਟਦੇ ਨਹੀਂ ਹੈਗੇ? ਨਹੀਂ ਸਰ ਜੀ, ਇਹ ਜ਼ਮੀਨ ਦੀ ਖੁੜ 'ਚ ਵੜਿਆ ਹੁੰਦਾ, ਖੁੜ ਦੇ ਉੱਤੇ ਫਾਈ ਲੱਗ ਜਾਂਦੀ, ਜਾਲ ਲੱਗ ਜਾਂਦਾ। ਜਦੋਂ ਇਹ ਆਪਣੇ ਖਾਣ ਪੀਣ ਲਈ ਬਾਹਰ ਆਉਂਦਾ ਹੈਗਾ ਉਦੋਂ ਉਸ ਜਾਲ 'ਚ ਫਸ ਜਾਂਦਾ। ਅੱਛਾ, ਹੁਣ ਤੁਸੀਂ ਇਹਨਾਂ ਨੂੰ ਲਈ ਫਿਰਦੇ ਹੋ ਤੇ ਇਹ ਕੀ ਖਾਂਦੇ ਨੇ? ਇਹ ਹੁਣ ਮੇਰੇ ਕੋਲ ਬਗੈਰ ਖਾਣ ਪੀਣ ਤੋਂ 2 ਤੋਂ 2.5 ਸਾਲ ਤੱਕ ਜਿੰਦਾ ਰਹਿ ਸਕਦਾ, ਕੋਈ ਖੁਰਾਕ ਨਹੀਂ ਕਰੇਗਾ। ਬਗੈਰ ਖਾਣ ਪੀਣ ਤੋਂ 2 ਤੋਂ 2.5 ਸਾਲ ਇਹ ਜ਼ਿੰਦਾ ਰਹਿ ਸਕਦਾ? ਇਹਦੀ ਕੀ ਵਜ੍ਹਾ? ਬਸ ਅੱਲਾਹ ਤਾਲਾ ਨੇ ਇਸ 'ਚ ਤਾਕਤ ਇੰਨੀ ਕੁ ਰੱਖੀ ਕਿ 6 ਮਹੀਨੇ ਨੇ ਆਪਣੀ ਮਰਜ਼ੀ ਨਾਲ ਗਰਮੀਆਂ 'ਚ ਖੁਰਾਕ ਕਰਨੀ, ਸਰਦੀਆਂ 'ਚ ਇਹਨੇ ਜ਼ਮੀਨ 'ਚ ਦਫਨ ਹੋ ਜਾਣਾ, 6 ਮਹੀਨੇ ਬਾਹਰ ਨਹੀਂ ਨਿਕਲਣਾ। 6 ਮਹੀਨੇ ਤੱਕ ਨਾ ਕੁਝ ਖਾਣਾ ਨਾ ਕੁਝ ਪੀਣਾ ਹੈਗਾ ਇਹਨੇ। ਇਹਨਾਂ ਨੂੰ ਇਹ ਸਰਦ ਇਲਾਕੇ 'ਚ ਰਹਿੰਦੇ ਨੇ ਜਾਂ ਗਰਮ ਇਲਾਕੇ 'ਚ ਹੁੰਦੇ? ਗਰਮ ਇਲਾਕੇ 'ਚ, ਖੁਸ਼ਕ ਇਲਾਕੇ 'ਚ। ਗਰਮ ਇਲਾਕੇ 'ਚ ਹੁੰਦੇ ਨੇ ਤੇ ਹੁਣ ਇਹ ਸਰਦ ਇਲਾਕੇ ਤੁਸੀਂ ਲੈ ਕੇ ਟੁਰੇ ਫਿਰਦੇ ਇਹਨਾਂ ਨੂੰ ਤੇ ਇਹਨਾਂ ਨੂੰ ਸਰਦੀ ਲੱਗਦੀ? ਲੱਗਦੀ ਹੋਏਗੀ ਸਰ ਜੀ, ਸਾਰੀ ਹਿਫਾਜ਼ਤ ਕੀਤੀ, ਅੰਦਰ ਕੰਬਲ ਉੰਬਲ 'ਚ ਲਪੇਟ ਕੇ ਰੱਖੇ, ਚਾਦਰ ਉੱਧਰ 'ਚ। ਜਿਹੜੇ ਭਰਾ ਨੇ ਲੈਣਾ ਫਿਰ ਕੱਢ ਕੇ ਉਹਨਾਂ ਨੂੰ ਉਸ ਟਾਈਮ ਬਣਾ ਦੇਣਾ। ਅੱਛਾ, ਤੇ ਇਹਨਾਂ ਦਾ ਜਿਹੜਾ ਤੇਲ ਹੈ ਉਹ ਕਿਹੜੇ ਕਿਹੜੇ ਕੰਮ ਲਈ ਇਸਤੇਮਾਲ ਹੁੰਦਾ ਹੈ? ਸਭ ਤੋਂ ਪਹਿਲੇ ਸਾਹਿਬ ਜੀ ਆਉਂਦਾ ਕੰਮ ਕਿਸੇ ਭਰਾ ਦੇ ਗੋਡੇ ਦੀ ਦਰਦ, ਕਮਰ ਦੀ ਦਰਦ, ਪੱਠੇ ਦੀ ਦਰਦ, ਜੋੜ ਦੀ ਦਰਦ, ਰੀਵਾ ਗੈਂਠੀਏ ਦੀ ਦਰਦ, ਚੰਬਲ, ਧੱਦਰ ਜਾਂ ਮਰਦਾਨਾ ਕਮਜ਼ੋਰੀ ਹੁੰਦੀ, ਉਸ ਮਰਦਾਨਾ ਕਮਜ਼ੋਰੀ ਦੇ ਕੰਮ ਆਉਂਦਾ। ਇਹ ਤੁਸੀਂ ਇਹਦਾ 1 ਨੰਬਰ ਤੇਲ ਦਿੰਦੇ ਹੋ ਤੇ ਇਹਦੇ ਵਿੱਚ ਜਿਹੜੇ ਤੁਸੀਂ ਇਹਦੇ ਅਜ਼ਾ ਕੱਢਦੇ ਹੋ ਉਹ ਕੀ ਇਹਦੇ ਚੋਂ ਕਿਸ ਤਰ੍ਹਾਂ ਤੇਲ ਕੱਢਦੇ ਹੋ? ਸਾਹਿਬ ਜੀ, ਸਭ ਤੋਂ ਪਹਿਲੇ ਇਹਨੂੰ ਜ਼ਿਬਾ ਕਰ ਲਈਦਾ। ਇਹ ਹਲਾਲ ਜਾਨਵਰ ਨਹੀਂ, ਇਸ 'ਤੇ ਤਕਬੀਰ ਨਹੀਂ ਪੜੀ ਦੀ, ਵੈਸੇ ਧੌਣ 'ਤੇ ਛੁਰੀ ਫੇਰੀ ਦੀ ਕਿ ਆਪਣੀ ਜਾਨ ਛੱਡ ਦੇਵੇ। ਉਸ ਤੋਂ ਬਾਅਦ ਇਸ ਦਾ ਇੱਥੋਂ ਪੇਟ ਚਾਕ ਕਰਾਂਗੇ, ਇਹਨਾਂ 2 ਸਾਈਡਾਂ ਦੇ ਵਿੱਚ ਇਤਨੀ ਇਤਨੀ ਪੀਲੇ ਰੰਗ ਦੀ ਚਰਬੀ ਮਿਲੇਗੀ। ਉਸ ਚਰਬੀ ਨੂੰ ਸੇਕ ਦਾਂਗੇ, ਉਹਨੇ ਪਿਘਲ ਕੇ ਤੇਲ ਬਣ ਜਾਣਾ। ਸਿਰਫ ਇਸ ਪੂਰੇ ਜਾਨਵਰ 'ਚ 2 ਚਰਬੀਆਂ ਕੰਮ ਦੀਆਂ ਨੇ, ਬਕਾਇਆ ਇਹ ਸਾਰਾ ਜਾਨਵਰ ਫਾਰਗ ਹੈਗਾ, ਸਾਡੇ ਕਿਸੇ ਕੰਮ ਦਾ ਨਹੀਂ। ਅੱਛਾ, ਜਦੋਂ ਤੁਸੀਂ ਇਹਦੇ 'ਚੋਂ ਚਰਬੀ ਕੱਢ ਲੈਂਦੇ ਹੋ ਉਹਦਾ ਤੇਲ ਬਣ ਜਾਂਦਾ ਹੈ? ਤੇਲ ਬਣ ਜਾਂਦਾ। ਤੇ ਉਸ ਤੋਂ ਇਲਾਵਾ ਇਹਦਾ ਜਿਹੜਾ ਗੋਸ਼ਤ ਹੈ ਉਹ ਖਾਣ ਦੇ ਕੰਮ ਵੀ ਆਉਂਦਾ ਹੈ? ਕਈ ਲੋਕ ਖਾਂਦੇ ਨੇ, ਹਰਾਮ ਜਾਨਵਰ ਨਹੀਂ ਹੈ, ਮਕਰੂ ਜਾਨਵਰ ਹੈ, ਅਰਬ ਕੰਟਰੀ 'ਚ ਖਾਦਾ ਜਾਂਦਾ। ਆਪਣੇ ਮੁਲਕ ਦੇ ਵਿੱਚ ਜਿਹੜਾ ਬਾਹਰ ਕੰਟਰੀ 'ਚ ਰਹਿ ਕੇ ਬੰਦਾ ਆਇਆ ਉਹ ਇਸ ਸ਼ੈ ਨੂੰ ਪਸੰਦ ਕਰਦਾ, ਆਮ ਲੋਕ ਨਹੀਂ ਪਸੰਦ ਕਰਦਾ। ਅੱਛਾ, ਇਹ ਲੋਕ ਇਹਨੂੰ ਖਾ ਵੀ ਲੈਂਦੇ ਨੇ ਤੇ 2 ਬਿਮਾਰੀਆਂ ਤੇ ਅੱਛਾ, ਇਹਦੇ ਖਾਣ ਜਿਹੜੇ ਲੋਕ ਇਹਨੂੰ ਖਾਂਦੇ ਨੇ ਉਹਦੇ ਕੀ ਫਾਇਦੇ ਹੁੰਦੇ ਨੇ? ਇਸ ਦਾ 2 ਬਿਮਾਰੀਆਂ ਤੇ ਫਾਇਦਾ ਕਰਦਾ ਗੋਸ਼ਤ। ਕਿਸੇ ਭਰਾ ਨੂੰ ਫਾਲਜ ਹੋਇਆ ਹੋਵੇ, ਫਾਲਜ ਵਾਲੇ ਵਾਸਤੇ ਬਹੁਤ ਅੱਛਾ ਗੋਸ਼ਤ ਤੇ ਗਰਮ ਹੁੰਦਾ, ਜਾਂ ਕਿਸੇ ਭਰਾ ਨੂੰ ਲਕੂਆ ਪਿਆ ਹੋਵੇ, ਲਕੂਏ ਵਾਲੇ ਵਾਸਤੇ ਬਹੁਤ ਅੱਛਾ ਹੈਗਾ ਇਹ ਗੋਸ਼ਤ। ਅੱਛਾ, ਇਹ ਬਹੁਤ ਅੱਛਾ ਹੈ। ਇਹ ਕੀ ਅਜ਼ਮਾਇਆ ਹੈ ਤੁਸੀਂ ਕਿ ਜਿਹਨੂੰ ਫਾਲਜ ਹੋਇਆ ਹੋਵੇ ਉਹ ਠੀਕ ਹੋ ਜਾਂਦਾ ਹੈ ਜਾਂ ਜਿਹਨੂੰ ਇਹ ਲਕਵਾ ਹੋਵੇ ਉਹ ਠੀਕ ਹੋ ਜਾਂਦਾ? ਜੀ ਸਰ ਜੀ, ਇਹ ਸਾਡੇ ਪਿਓ ਦਾਦੇ ਦਾ ਅਰਸਾ ਦਰਾਜ਼ ਨੂੰ ਕੰਮ ਖਾਨਦਾਨੀ ਪੇਸ਼ਾ ਹੈਗਾ। ਅੱਛਾ, ਇਹ ਤੁਹਾਡਾ ਖਾਨਦਾਨੀ ਕੰਮ ਹੈ, ਤੁਹਾਡੇ ਪਿਓ ਦਾਦਾ ਵੀ ਇਹ ਕੰਮ ਕਰਦੇ ਸਨ ਤੇ ਇਹ ਜਿਹੜੀ ਤੁਸੀਂ ਇਹਦੇ ਇੱਕ ਜਿਹੜਾ ਸਾਂਢਾ ਹੈ ਇਹਦੇ ਵਿੱਚੋਂ ਕਿੰਨਾ ਤੇਲ ਨਿਕਲ ਆਉਂਦਾ ਹੈ? ਇਸ ਦੇ ਵਿੱਚੋਂ ਤਕਰੀਬਨ 2 ਤੋਲੇ 1.5 ਤੋਲਾ ਤੇਲ ਨਿਕਲ ਆਉਣਾ। 2 ਤੋਲੇ ਤੋਂ 1.5 ਤੋਲੇ ਤੱਕ ਸ਼ੀਸ਼ੀ ਹੋਣੀ ਹੈ ਇੱਕ, ਇਸ ਤਰ੍ਹਾਂ ਦੀਆਂ 3 ਸ਼ੀਸ਼ੀਆਂ 2.5 ਸ਼ੀਸ਼ੀਆਂ ਤੇਲ ਨਿਕਲ ਆਉਣਾ ਇੱਕ ਦੇ ਵਿੱਚ। 2.5-3 ਸ਼ੀਸ਼ੀਆਂ ਨਿਕਲ ਆਉਂਦੀਆਂ। ਇਹ ਸ਼ੀਸ਼ੀ ਤੁਸੀਂ ਫਿਰ ਕਿੰਨੇ ਦੀ ਵੇਚਦੇ ਹੋ? ਇਹ ਇੱਕ ਸ਼ੀਸ਼ੀ 500 ਰੁਪਏ ਦੀ ਸੇਲ ਕਰੀ ਦੀ। 500 ਰੁਪਏ ਦੀ ਤੁਸੀਂ ਇਹ ਸ਼ੀਸ਼ੀ ਸੇਲ ਕਰਦੇ ਹੋ ਤੇ ਇਹ ਜਿਹੜੀ ਸ਼ੀਸ਼ੀ ਹੈ ਇਹਦੇ ਵਿੱਚ ਥੋੜ੍ਹਾ ਜਿਹਾ ਹੀ ਤਕਰੀਬਨ ਆਉਂਦਾ ਹੋਏਗਾ? ਜੀ ਸਰ ਜੀ, 3 ਤੋਂ 4 ਮਾਲਿਸ਼ਾਂ ਦਰਦ ਦੀਆਂ ਆ ਜਾਂਦੀਆਂ, ਪੱਠੇ ਦੀ ਮਾਲਿਸ਼ ਆ ਜਾਂਦੀ 8 ਦਿਨਾਂ ਦੀ।
ਜਿਹੜੇ ਗਰਦਨ ਦੇ ਪੱਠੇ ਕਿਸੇ ਦੇ ਉਹਨਾਂ ਦੀ 3 ਤੋਂ 4 ਦਿਨਾਂ ਦੀ ਮਾਲਿਸ਼ ਹੈ। 3 ਤੋਂ 4 ਦਿਨ ਦੀ ਮਾਲਿਸ਼ ਹੈ। ਤੇ ਜਿਹੜੇ ਇਹ ਹੈਗੇ ਨੇ ਗੋਡਿਆਂ ਗਿੱਟਿਆਂ ਦੀ ਦਰਦ ਹੈ ਉਹਦੇ ਵਾਸਤੇ ਕਿੰਨੇ ਦਿਨ? ਉਸ ਦੇ ਵਾਸਤੇ ਵੀ 3 ਤੋਂ 4 ਦਿਨਾਂ ਦੀ ਮਾਲਿਸ਼ ਹੈ, ਮਗਰ 3 ਤੋਂ 2 ਦਿਨ ਲਾਉਣ ਨਾਲ ਦਰਦ ਬਿਲਕੁਲ ਹਟ ਜਾਂਦੀ ਹੈ। ਦਰਦ ਬਿਲਕੁਲ ਹਟ ਜਾਏਗੀ। ਤੇ ਇਹ ਮਾਲਿਸ਼ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਇਹ ਰਾਤ ਨੂੰ ਸੌਣ ਲੱਗਿਆ ਇੰਨਾ ਕੁ ਤੇਲ ਸੁੱਟ ਕੇ ਹਲਕੀ ਹਲਕੀ ਮਾਲਿਸ਼ ਕਰਨੀ, ਉੱਤੇ ਗਰਮ ਕੱਪੜਾ ਲਪੇਟ ਦੇਣਾ, ਸਵੇਰ ਉੱਠ ਕੇ ਕੱਪੜਾ ਖੋਲ ਲੈਣਾ, ਕੱਪੜਾ ਖੋਲ ਕੇ 10 ਮਿੰਟ ਬਾਅਦ ਨਹਾ ਧੋ ਕੇ ਆਪਣੇ ਕੰਮ ਤੇ ਜੋ ਮਰਜ਼ੀ ਕਰੇ ਇਨਸਾਨ, ਬਿਲਕੁਲ ਸੈੱਟ ਹੋ ਜਾਂਦਾ 2 ਦਿਨ ਲਾਉਣ ਨਾਲ। ਮਤਲਬ ਹੈ ਕਿ ਇਹ ਤੇਲ ਗਰਮ ਹੁੰਦਾ ਹੈ? ਗਰਮ ਬਹੁਤ ਜ਼ਿਆਦਾ ਗਰਮ ਹੁੰਦਾ, ਕੋਈ ਵੀ ਜੋੜ ਪੱਠਾ ਨਾੜ ਰੁਕੀ ਉਹਨੂੰ ਫੌਰੀ ਤੌਰ ਚਾਲੂ ਕਰ ਦਿੰਦਾ। ਹੱਥ ਬਾਂਹ ਟੁੱਟ ਗਈ, ਜੁੜ ਗਈ, ਪੱਠੇ ਰੁਕ ਜਾਂਦੇ, ਪੱਠੇ ਨਹੀਂ ਚੱਲਦੇ, ਉਸ ਦੀ ਮਾਲਿਸ਼ ਕਰੇ ਅੱਲਾ ਦੇ ਹੁਕਮ ਨਾਲ ਉਹ ਪੱਠੇ ਚੱਲ ਪੈਂਦੇ ਨੇ। ਤੇ ਜਿਨ੍ਹਾਂ ਲੋਕਾਂ ਨੂੰ ਫਾਲਜ ਹੋਇਆ ਹੁੰਦਾ ਉਹ ਪੱਠੇ ਖਿੱਚੇ ਜਾਂਦੇ ਨੇ ਉਹਨਾਂ ਵਾਸਤੇ ਇਹ ਹੈ ਕਿ ਸਰ ਜੀ ਫਾਲਜ ਤਾਜ਼ਾ ਹੈ, ਕੋਈ ਮਹੀਨੇ 15-20 ਦਿਨਾਂ ਦਾ, ਉਸ ਵਾਸਤੇ ਮਾਲਿਸ਼ ਬਹੁਤ ਅੱਛੀ ਹੈ। ਅਗਰ ਕੋਈ ਫਾਲਜ ਨੂੰ ਅਰਸਾ ਦਰਾਜ ਗੁਜ਼ਰ ਗਿਆ, ਕੋਈ ਸਾਲ 5 ਸਾਲ 10 ਸਾਲ 20 ਸਾਲ ਗੁਜ਼ਰ ਗਏ, ਉਸ ਵਾਸਤੇ ਇਹ ਹੈਗਾ ਕਿ ਕੰਮ ਕਰਦਾ ਮਗਰ ਇੰਨਾ ਫੌਰੀ ਤੌਰ ਕੰਮ ਨਹੀਂ ਕਰੇਗਾ। ਫੌਰੀ ਤੌਰ ਕੰਮ ਨਹੀਂ ਕਰਦਾ। ਉਹ ਕਿੰਨੀ ਦੇਰ ਤੋਂ ਬਾਅਦ ਅਸਰ? ਫਰਜ਼ ਕਰੋ ਇੱਕ ਆਦਮੀ ਨੂੰ 5 ਸਾਲ ਤੋਂ ਫਾਲਜ ਹੈ, ਉਹਦੇ ਪੱਠੇ ਖਿੱਚੇ ਨੇ, ਤੇ ਉਹਨੂੰ ਕਿੰਨੀਆਂ ਸ਼ੀਸ਼ੀਆਂ ਲੱਗਣਗੀਆਂ? ਉਸ ਦਾ ਇਹ ਹੈ ਕਿ ਉਸ ਦੇ ਵਾਸਤੇ 2 ਤੋਂ 3 ਜਾਨਵਰਾਂ ਦਾ ਇਕੱਠਾ ਤੇਲ ਬਣਵਾ ਕੇ ਜਦੋਂ ਧੁੱਪ ਨਿਕਲ ਆਵੇ ਉਸ ਦੀ ਧੁੱਪੇ ਪਾ ਕੇ ਮਾਲਿਸ਼ ਕੀਤੀ ਜਾਏ, ਘੰਟਾ ਅੱਧਾ ਘੰਟਾ ਉਹਨੂੰ ਧੁੱਪ 'ਚ ਰੱਖਿਆ ਜਾਵੇ, ਉਸ ਦੀ ਲਗਾਤਾਰ 15-20 ਦਿਨ ਮਾਲਿਸ਼ ਕੀਤੀ ਜਾਏ, ਅੱਲਾਹ ਤਾਲਾ ਕਰਮ ਕਰ ਦਿੰਦਾ। ਮਾਸ਼ਾਅੱਲਾ। ਤੇ ਲਕਵੇ ਵਾਲੇ ਨੂੰ ਕਿੱਥੇ ਮਿਲਿਆ ਜਾਏਗਾ? ਲਕਵੇ ਵਾਲੇ ਨੂੰ ਇਹ ਤੇਲ ਨਹੀਂ ਮਲਿਆ ਜਾਂਦਾ, ਇਹ ਜਾਨਵਰ ਖਵਾਇਆ ਜਾਂਦਾ। ਲਕਵੇ ਵਾਲੇ ਨੂੰ ਇਹ ਜਾਨਵਰ ਖਵਾਇਆ ਜਾਂਦਾ। ਤੇ ਜਿਹਨੂੰ ਆਪਣਾ ਫਾਲਜ ਹੈ, ਫਾਲਜ ਵਾਲਾ ਇਹ ਕਿੰਨੇ ਜਾਨਵਰ ਖਾਏਗਾ? ਫਾਲਜ ਵਾਲੇ ਨੂੰ ਅਗਰ ਬਲੱਡ ਪ੍ਰੈਸ਼ਰ ਦਾ ਮਸਲਾ ਨਹੀਂ ਹੈ ਤੇ ਫਿਰ ਉਸ ਨੂੰ 3 ਤੋਂ 4-5 ਜਾਨਵਰ ਖਵਾਓ, ਰੋਜ਼ ਦਾ ਇੱਕ ਇੱਕ ਕਰਕੇ। ਰੋਜ਼ ਦਾ ਇੱਕ ਜਾਨਵਰ ਖਵਾਓ। ਅੱਛਾ, ਤੇ ਇਹ ਜਦੋਂ ਇਹ ਖਵਾਉਣਾ ਜਾਨਵਰ, ਉਹ ਜਿਹੜੀ ਚਰਬੀ ਉਹ ਕੱਢ ਲੈਣੀ ਹੈ ਪਹਿਲੇ ਵਿੱਚੋਂ, ਜਾਂ ਚਰਬੀ ਸਮੇਤ? ਚਰਬੀ ਦਾ ਤੇਲ ਬਣ ਜਾਣਾ, ਚਰਬੀ ਦੀ ਮਾਲਿਸ਼ ਬਣਾ ਦੇਣੀ, ਉਸ ਦੀ ਜਿਹੜੀ ਮਾਲਿਸ਼ ਬਣੇਗੀ ਉਹ ਮਾਲਿਸ਼ ਬਣ ਜਾਏਗੀ, ਗੋਸ਼ਤ ਉਸ ਨੂੰ ਪਕਾ ਕੇ ਖਵਾ ਦੇਣਾ ਜਾਂ ਸੀਖ 'ਚ ਪਕਾ ਕੇ ਖਵਾ ਦੇਣਾ। ਤੁਸੀਂ ਜਦੋਂ ਇਹਦੀ ਚਰਬੀ ਕੱਢ ਲੈਂਦੇ ਹੋ ਤੇ ਤੁਸੀਂ ਤੇ ਸੁੱਟ ਦਿੰਦੇ ਹੋ ਇਹਨੂੰ? ਜੀ ਸਰ ਜੀ, ਅਸੀਂ ਸੁੱਟ ਦੇਣਾ ਹੁੰਦਾ। ਤੇ ਉਹ ਅਗਰ ਤੁਸੀਂ ਰੱਖ ਕੇ ਅਗਰ ਕੋਈ ਤੁਹਾਡੇ ਕੋਲੋਂ ਉਹਨੂੰ ਲੈਣਾ ਚਾਹਵੇ ਜਾਂ ਕੋਈ ਖਾਣਾ ਚਾਹਵੇ ਇਹਨੂੰ? ਉਹ ਇਸ ਤਰ੍ਹਾਂ ਹੈ ਸਰ ਜੀ, ਕੋਈ ਮਹੀਨੇ 'ਚ, ਸਾਲ 'ਚ, 2 ਮਹੀਨਿਆਂ 3 ਮਹੀਨਿਆਂ ਬਾਅਦ ਮਿਲਦਾ ਹੈਗਾ ਜਾਨਵਰ। ਕੋਈ ਗਾਹਕ ਮਿਲ ਜਾਏ ਇਸ ਤਰ੍ਹਾਂ ਦਾ ਕਿ ਯਾਰ ਸਾਨੂੰ ਇਸ ਦਾ ਗੋਸ਼ਤ ਚਾਹੀਦਾ, ਫਿਰ ਦੇ ਦੀਦਾ। ਇਸ ਤਰ੍ਹਾਂ ਆਮ ਰੂਟੀਨ 'ਚ ਹਰ ਰੋਜ਼ ਨਹੀਂ ਆਉਂਦਾ ਕੋਈ ਗਾਹਕ ਕੇ ਗੋਸ਼ਤ ਲਵੇ। ਅੱਛਾ, ਤੁਸੀਂ ਇਹਨੂੰ ਜਦੋਂ ਸੁੱਟ ਦਿੰਦੇ ਹੋ ਤੇ ਇਹ ਫਿਰ ਇਹਨੂੰ ਕੋਈ ਜਾਨਵਰ ਵਗੈਰਾ ਖਾ ਲੈਂਦੇ ਨੇ? ਬਿੱਲੀ ਖਾ ਲੇ, ਕੁੱਤਾ ਖਾ ਲੇ, ਮੱਛੀ ਖਾ ਲੇ, ਕੋਈ ਹਰਜ ਨਹੀਂ ਹੈਗਾ। ਜੰਗਲੀ ਕਬੂਤਰ, ਕਿਸੇ ਨੇ ਬਾਜੀ ਵਾਲਾ ਕਬੂਤਰ ਰੱਖਿਆ ਉਹਨੂੰ ਬੜੇ ਸ਼ੌਂਕ ਨਾਲ ਲੋਕੀ ਖਵਾਉਂਦੇ ਨੇ, ਕਿਸੇ ਨੇ ਮੁਰਗਾ ਰੱਖਿਆ ਲੜਾਈ ਵਾਲਾ, ਜਿਹੜੇ ਬਾਜੀਆਂ ਉਜੀਆਂ ਕਰਦੇ ਨੇ ਉਹ ਇਹਨਾਂ ਦਾ ਕੀਮਾ ਕਰਕੇ ਉਹਨਾਂ ਨੂੰ ਬੜਾ ਸ਼ੌਂਕ ਨਾਲ ਖਵਾਉਂਦੇ ਨੇ, ਉਹ ਫਿੱਟ ਰਹਿੰਦੇ ਨੇ ਜਾਨਵਰ। ਤੇ ਇਹ ਹੁਣ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਮੇਰੇ ਕੋਲ ਇਸ ਟਾਈਮ 5 ਤੋਂ 7 ਨੇ। 5 ਤੋਂ 7 ਜਾਨਵਰ ਨੇ। ਤੇ ਤੁਸੀਂ ਰੋਜ਼ਾਨਾ ਦੇ ਕਿੰਨੇ ਵੇਚ ਲੈਂਦੇ ਹੋ? ਇਹ ਹਵਾਈ ਰੋਜ਼ੀ ਇਹ ਲੱਗਣ ਨੂੰ ਆਵੇ ਤੇ ਭਾਵੇਂ ਮੇਰੀ 1 ਘੰਟੇ ਦੇ ਵਿੱਚ ਸਾਰਿਆਂ ਦੀ ਸੇਲ ਹੋ ਜਾਵੇ, ਭਾਵੇਂ ਸਾਰੀ ਦਿਹਾੜੀ 'ਚ ਇੱਕ ਜਾਨਵਰ ਦੀ ਵੀ ਸੇਲ ਨਾ ਹੋਵੇ। ਤੇ ਫਿਰ ਉਹ ਸਿਸਟਮ ਤੁਹਾਡਾ ਘਰ ਦਾ ਕਿਵੇਂ ਚੱਲਦਾ? ਬੱਚੇ ਤੁਹਾਡੇ ਕਿੰਨੇ ਨੇ? 6 ਬੱਚੇ ਨੇ। 6 ਬੱਚੇ ਨੇ। ਤੇ ਉਸ ਰੋਜ਼ੀ ਰੋਟੀ ਤੇ ਚਲੋ ਅੱਲਾ ਦੇ ਕੋਲ ਹੈ, ਤੇ ਲੇਕਿਨ ਰੂਟੀਨ ਦੇ ਵਿੱਚ ਤੁਹਾਡੇ ਕਿੰਨੇ ਪੈਸੇ ਤੁਸੀਂ ਵਟ ਲੈਂਦੇ? ਰੂਟੀਨ ਦੇ ਮੁਤਾਬਕ ਮੈਂ ਬਸ ਇਸ ਦੇ ਵਿੱਚੋਂ 1000-1200 ਰੁਪਇਆ ਬੱਚਤ ਕੱਢ ਲੈਂਦਾ। 1000-1200 ਰੁਪਏ ਤੁਸੀਂ ਬੱਚਤ ਕੱਢ ਲੈਂਦੇ ਹੋ। ਤੇ ਬੱਚੇ ਤੁਹਾਡੇ ਪੜ੍ਹਦੇ ਨੇ? ਮੇਰੀਆਂ ਬੱਚੀਆਂ ਕੁਰਾਨ ਹਿਫਜ਼ ਕੀਤਾ ਹੈਗਾ, ਬੱਚੇ ਮੇਰੇ ਸਕੂਲ ਪੜ੍ਹਦੇ ਨੇ। ਬੱਚੇ ਸਕੂਲ ਪੜ੍ਹਦੇ ਨੇ। ਤੇ ਇਹ ਜ਼ਰਾ ਸਾਨੂੰ ਫੜ ਕੇ ਦਿਖਾਵੋ ਨਾ। ਤੇ ਇਹ ਕੁਛ ਕਹਿੰਦੇ ਤੇ ਨਹੀਂ ਹੈਗੇ? ਕੁਛ ਨਹੀਂ ਕਹਿਣਗੇ, ਜਿਵੇਂ ਮਰਜ਼ੀ ਇਹਨਾਂ ਨੂੰ ਫੜ ਅੱਛਾ ਸਕਦੇ ਹੋ। ਅੱਛਾ ਨਾ ਇੰਜ ਕਰ। ਆ ਤੂੰ ਵੀ ਫੜ ਲੈ। ਪਰ ਮੈਂ ਨਹੀਂ ਪੜਨਾ। ਤੂੰ ਫੜ ਲੈ ਇਹਨੂੰ, ਕੁਛ ਨਹੀਂ ਕਹਿੰਦਾ ਤੈਨੂੰ। ਮੈਂ ਇਹ ਬਾਬਾ ਸੂਫੀ ਜੀ ਨਹੀਂ ਤੈਨੂੰ ਕੁਛ ਨਹੀਂ ਕਹਿੰਦਾ, ਉਹ ਫੜ ਲੈ ਯਾਰ, ਤੈਨੂੰ ਕੁਛ ਨਹੀਂ ਕਹਿੰਦਾ। ਅੱਛਾ, ਤੇ ਤੂੰ ਤੇ ਰਫਾਏ ਆਮਾ ਹੈ ਤੇ ਤੂੰ ਹੁਣੇ ਡਰ ਗਿਆ? ਨਹੀਂ ਮੈਂ ਡਰਿਆ ਨਹੀਂ, ਮੈਂ ਵੈਸੇ ਜ਼ਰਾ ਕਰੈਂਦਾ। ਉਹ ਨਹੀਂ, ਤੈਨੂੰ ਕਰੈਂਦ ਕਾਦੀ ਆਲਾ ਫੜ ਕੇ ਤੇ ਵੇਖ ਨਾ, ਕੁਛ ਨਹੀਂ ਕਹਿੰਦਾ ਤੈਨੂੰ। ਕੀ ਨਹੀਂ ਯਾਰ, ਲੈ ਦੱਸ, ਫੜ ਲੈ ਇਹਨੂੰ, ਉਹ ਫੜ ਲੈ ਪਰਾਂ ਨੂੰ ਤੇ ਕਰ ਲੈ। ਆਹੋ, ਕੁਛ ਨਹੀਂ ਕਹਿੰਦਾ। ਚਲ ਆ ਦੇ ਫਿਰ ਇੱਥੇ, ਚਲੋ ਰਾਤ। ਇਹ ਨਾ ਬਾਬਾ ਜੀ ਸੂਫੀ ਬਰਕਤ ਦੀ ਇਹਨਾਂ ਨੂੰ ਦੁਆ ਹੈ, ਇਹ ਉੱਥੇ ਜਾਂਦੇ ਨੇ ਆਪਣਾ ਦਰਬਾਰ ਸ਼ਰੀਫ ਤੇ ਮਾਸ਼ਾਅੱਲਾ ਇਹ ਜੋ ਹੈ ਰੋਜ਼ੀ ਅੱਲਾ ਇਹਨਾਂ ਨੂੰ ਦਿੰਦਾ ਹੈ। ਇਹ ਬਾਬਾ ਜੀ ਦੇ ਬਹੁਤ ਲਾਡਲੇ ਮਰੀਦ ਨੇ, ਜਿੰਨੇ ਮਜ਼ਲੂਮ ਗਰੀਬ ਮਰੀਦ ਨੇ ਬਾਬਾ ਜੀ ਦੇ ਨੇ। ਉੱਥੇ ਕੋਈ ਗੱਲਾਂ ਨਹੀਂ, ਉੱਥੇ ਕੋਈ ਚੰਦਾ ਨਹੀਂ, ਉੱਥੇ ਕੋਈ ਸ਼ੈ ਨਹੀਂ। ਮਾਸ਼ਾਅੱਲਾ ਬਾਬਾ ਜੀ ਐਸੇ ਅੱਲਾ ਦੇ ਵਲੀ ਨੇ ਕਿ ਜੋ ਲੋਕ ਉੱਥੇ ਜਾਂਦੇ ਨੇ ਉਹਨਾਂ ਦੀ ਬਾਬਾ ਜੀ ਦੀ ਖਾਲੀ ਮਹਿਫਲ ਵਿੱਚ ਜਾਣ ਦਾ ਕੀ ਸਵਾਬ ਹੈ, ਤੇ ਜੋ ਉੱਥੇ ਮਰੀਜ਼ ਨੇ ਉਹਨਾਂ ਤੇ ਕਿਆ ਹੀ ਬਾਤ ਹੈ। तो बाबा जी ने कम सो कम तकरीबन महीना डेढ़ पिछे अखां बनवाइया ने लोगों ने,
ਤੋਂ ਫ੍ਰੀ ਅੱਖਾਂ ਬਣਦੀਆਂ ਨੇ, ਜਿਹੜੇ ਨਾਲ ਇੱਕ ਦੋ ਆਦਮੀ ਕੈਂਪ 'ਚ ਫ੍ਰੀ ਰਹਿੰਦੇ ਨੇ, ਖਾਣਾ ਫ੍ਰੀ ਮਿਲਦਾ ਹੈ, ਕੋਈ ਦਰਬਾਰ ਤੇ ਗੱਲਾਂ ਨਹੀਂ, ਕੋਈ ਕੁਛ ਨਹੀਂ। ਨਹੀਂ ਇਹਨਾਂ ਦੇ ਬਾਰੇ ਕੀ ਗੱਲ ਹੈ ਨਾ, ਇਹਨਾਂ ਬਾਰੇ ਕਿ ਜੋ ਵੀ ਬਾਬਾ ਜੀ ਦੇ ਉੱਥੇ ਮਰੀਦ ਹੋ ਜਾਂਦੇ ਨੇ ਉਹਨਾਂ ਆਪਣਾ ਕਾਰੋਬਾਰ ਕਰ। ਤੁਸੀਂ ਵੀ ਮਰੀਦ ਹੋ ਉਹਨਾਂ ਦੇ? ਹਾਂ, ਬਾਬਾ ਜੀ ਬਾਬਾ ਦੇ ਸੂਫੀ ਮਰੀਦ ਬਰਕਤ ਨੇ। ਲੁਧਿਆਣਵੀ, ਫੈਸਲਾਬਾਦ, ਦਾਲੋਵਾਲ, ਸੁੰਦਰੀ ਰੋਡ ਉਹਨਾਂ ਦਾ ਦਰਬਾਰ ਹੈ, ਉਹਨਾਂ ਦੇ ਸਾਡੇ ਪੀਰ ਮੁਰਸ਼ਿਦ ਨੇ। ਵੀਰ ਮੁਰਸ਼ਿਦ ਨੇ। ਤੁਹਾਡੀਆਂ ਟੋਪੀਆਂ ਹਾਂਜੀ, ਸਾਡੇ ਪੀਰ ਰਾਤੀਆਂ ਭਾਈ ਨੇ ਨੇ। ਇਹ। ਪੀਰ ਭਾਈ ਤੁਹਾਨੂੰ ਇੱਥੇ ਲੱਭ ਗਿਆ, ਹਾਂਜੀ। ਇਹ ਰਫਾਇਆ ਮੈਂ ਹਾਂਜੀ। ਇਹਨਾਂ ਕੋਲੋਂ ਡਰਨ ਡਿਆ ਆਇਆ ਨਹੀਂ ਡਰ ਨਹੀਂ ਇੱਕ ਲੱਗਿਆ। ਬੰਦੇ ਨੇ ਪਹਿਲੀ ਦਫਾ ਵੇਖਣਾ ਉਹਨੇ ਚਿਰ ਤਲਖੀ ਤੇ ਕਰਨੀ ਕਿ ਯਾਰ ਕੀ ਜਾਨਵਰ ਹੈ ਕਿਆ ਹੈ। ਤੇਰਾ ਫੋਨ ਰੱਖ ਲੈ ਨਾ ਬਣਾ ਯਾਰ ਮੈਂ ਹੁਣ ਜੇਬ ਉਹ ਕਹਿੰਦਾ ਮੈਂ ਖਾ ਜੇਬ 'ਚ ਪਾਲਾ ਕੁਝ ਨਹੀਂ ਕਹਿੰਦਾ ਮੈਂ ਛੱਲੀ ਪਾ ਕੇ ਵਿਆਹ ਨਾ ਪੋਲਾ ਪੋਲਾ ਲੱਗਦਾ ਉਹ ਮੈਨੂੰ ਬੜੀ ਕਰਹਿ ਲਾ ਰਹੀ ਹੈ, ਪਤਾ ਕੀ ਹੈ, ਮੈਂ ਛੱਲੀ ਖਾ ਰਿਹਾ ਸੀ, ਅੱਲਾਹ ਤਾਲਾ ਇਹਨੂੰ ਰੋਜ਼ੀ ਦੇ। अच्छा, अच्छा। तो बाबा जी ਦੀਆਂ ਦੁਆਵਾਂ ਦਾ ਸਦਕਾ। तो नाजरीन ये रफ़ाया अम्मा बीच में आ गया और ये दोनों आपस में जो पीर भाई भी मिल गए, टोपियाँ भी मिल रही। तो बात ये है, आज क्या टोपियाँ ना तो इन नाजरीन बात ये है कि ये असली सांडे का तेल ये फ़रोख्त करते हैं हाँ। और इनका कहना है कि ये जोड़ों के दर्द के लिए इंतहाई मुफीद है। इसके अलावा लकवा के मरीज़ों के लिए और ये जो फालिज के मरीज़ हैं उनके लिए भी ये बेहतरीन है। और बाज़ लोग इनको खाते भी हैं पकाकर, और इनका कहना है कि ये हराम नहीं है, ये मकरूह जानवर है और इसको खाने वाले जो हैं वो दवाई के तौर पर इस्तेमाल करते हैं। तो नाज़रीन देखते रहें, क्योंकि कोई देखे ना देखे खलील तो देखेगा। इसी के साथ ही अपने मेज़बान खलील अहमद सजाद को इजाज़त दीजिए। अल्लाह निगहबान।